बहुत सारे लोगों को इस बारे नहीं पता होना कि ब्लैक स्पॉट होंदा की है। ब्लैक स्पॉट के बारे दस्सिया जाए सब तो पहले। 5 एक्सीडेंट हो जाते हैं ਜਾਂ 10 ਫੈਟਿਲਿਟੀਜ਼ ਹੋ ਜਾਂਦੀਆਂ ਤਾਂ ਉਸ ਜਗ੍ਹਾ ਨੂੰ ਅਸੀਂ ਬਲੈਕ ਸਪੌਟ ਦਾ ਨਾਂ ਦਿੰਦੇ ਹਾਂ, ਜਿਹੜੀ ਸਾਡੀ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇ ਦੁਆਰਾ ਇਹਦੀ ਜਿਹੜੀ ਡੈਫੀਨੇਸ਼ਨ ਦੱਸੀ ਗਈ ਹੈ। ਅਤੇ ਜਿੱਥੇ ਐਕਸੀਡੈਂਟ ਹੁੰਦੇ ਆ ਅਸੀਂ ਉਹਦਾ ਮੈਪ ਦਿੱਤਾ। ਮੈਪ ਦੇ ਨਾਲ ਨਾਲ ਅਸੀਂ ਮੰਥ ਵਾਈਜ਼ ਜਿਹੜੀ ਡਿਟੇਲ ਦਿੱਤੀ ਹੈ ਕਿ ਜਿਵੇਂ ਕਿਹੜੇ ਮੰਥ ਵਿੱਚ ਕਿੰਨੇ ਐਕਸੀਡੈਂਟ ਹੋਏ ਆ ਅਤੇ ਕਿਹੜੇ ਹਫ਼ਤੇ ਦੇ ਕਿਹੜੇ ਦਿਨ 'ਚ ਕਿੰਨੇ ਐਕਸੀਡੈਂਟ ਹੋਏ ਆ। ਇਹਦੇ 'ਚ ਕਿਉਂਕਿ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਜਿੱਥੇ ਇੰਡਸਟਰੀ ਦਾ ਜ਼ਿਆਦਾ ਜ਼ੋਰ ਹੈ, ਜਿੱਥੇ ਇੰਡਸਟਰੀ 'ਚ ਜਦੋਂ ਛੁੱਟੀ ਦਾ ਟਾਈਮ ਹੁੰਦਾ ਅਸੀਂ ਟਾਈਮਿੰਗ ਤੱਕ ਦੇਖੀ ਆ ਵੀ ਕਿਹੜੇ ਟਾਈਮ 'ਤੇ ਜ਼ਿਆਦਾ ਐਕਸੀਡੈਂਟ ਹੋਏ ਆ। ਕਿਉਂਕਿ ਜਦੋਂ ਕਿਸੇ ਨੇ ਆਪਣਾ ਛੁੱਟੀ ਕਰਕੇ ਜਾਣਾ ਜਾਂ ਦੂਜੇ ਨੇ ਨਵੀਂ ਜਿਹੜੀ ਸ਼ਿਫਟ 'ਚ ਜੁਆਇਨ ਕਰਨਾ ਹੈ ਡਿਊਟੀ ਨੂੰ, ਤਾਂ ਕਈ ਵਾਰੀ ਉੱਥੇ ਜਿਹੜਾ ਹੈਗਾ ਸ਼ਾਰਟਕੱਟ ਦੇ ਚੱਕਰ ਵਿੱਚ ਲੋਕ ਸ਼ਾਰਟਕੱਟ ਅਪਣਾਉਂਦੇ ਆ ਰੋਂਗ ਸਾਈਡ, ਰੋਂਗ ਢੰਗ ਨਾਲ, ਤਾਂ ਉੱਥੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਆ। ਕਿ ਜੇ ਕੋਈ ਬੰਦਾ ਕਿਸੇ ਜ਼ਖਮੀ ਨੂੰ ਐਕਸੀਡੈਂਟ 'ਚ ਜ਼ਖਮੀ ਨੂੰ ਚੱਕ ਕੇ ਹੌਸਪੀਟਲ ਲੈ ਕੇ ਜਾਂਦਾ, ਉਹਨੂੰ ਉੱਥੇ ਉਹਦੇ ਇਲਾਜ ਵਾਸਤੇ ਹੌਸਪੀਟਲਾਈਜ਼ ਕਰਾਉਂਦਾ, ਤਾਂ ਉਹ ਜਿਹੇ ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਔਨਰ ਦੇਣਾ। ਅਸੀਂ ਉਹਨਾਂ ਨੂੰ 15 ਅਗਸਤ ਜਾਂ 26 ਜਨਵਰੀ 'ਤੇ ਭਾਈ ਘਨੱਈਆ ਅਵਾਰਡ ਨਾਲ ਸਾਡੀ ਜਿਹੜੀ ਸਟੇਟ ਗੌਰਮੈਂਟ ਆ ਉਹ ਸਨਮਾਨਿਤ ਕਰਦੀ ਹੈ। ਇਸ ਤਰ੍ਹਾਂ ਦੇ ਅਵਾਰਡ ਬਾਰੇ ਲੋਕਾਂ ਨੂੰ ਜਿਹੜਾ ਹੈਗਾ ਅਵੇਅਰਨੈਸ ਵੱਧ ਤੋਂ ਵੱਧ ਦੇਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਸਨਮਾਨਿਤ ਕਰਨਾ ਚਾਹੀਦਾ, ਤਾਂ ਕਿ ਅਜਿਹੇ ਲੋਕ ਜਿਹੜੇ ਡਰਦੇ ਕਿਸੇ ਜਿਹੜਾ ਵਿਕਟਮ ਹੈਗਾ, ਜਿਹੜਾ ਐਕਸੀਡੈਂਟ ਦਾ ਵਿਕਟਮ ਉਹਨੂੰ ਚੱਕਦੇ ਨਹੀਂ, ਤਾਂ ਕਿ ਉਹ ਲੋਕ ਜਿਹੜੇ ਜ਼ਿਆਦਾ ਉਹਨਾਂ ਨੂੰ ਚੱਕਣ ਅਤੇ ਉਹਨਾਂ ਨੂੰ ਅਵਾਰਡ ਦੇਣ, ਤਾਂ ਲੋਕ ਜਿਹੜਾ ਹੈਗਾ ਜਿਹਨਾਂ ਉਤਸ਼ਾਹਿਤ ਹੋਣਗੇ। ਕਈ ਲੋਕਾਂ ਦੀ ਬੱਸਾਂ ਦੇ ਵਿੱਚ ਕਈ ਵਾਰ ਗਾਂ ਵੱਜਦੀ ਹੈ ਜਾਂ ਗੱਡੀ ਦੇ ਵਿੱਚ ਕੋਈ ਜਾ ਰਿਹਾ ਜਾਂ ਵਹੀਕਲ ਕੋਈ ਆਪਦੇ ਪਰਸਨਲ 'ਤੇ ਜਾ ਰਿਹਾ ਵਾ, ਬਾਈਕ 'ਤੇ ਜਾ ਰਿਹਾ, ਤਾਂ ਉਹਨਾਂ ਨਾਲ ਵੀ ਐਕਸੀਡੈਂਟ ਬਹੁਤ ਹੁੰਦੇ, ਜਾਂ ਉਹਨਾਂ ਦੇ ਬਾਰੇ ਵੀ ਕੁਛ ਕੀਤਾ ਜਾ ਰਿਹਾ ਜੋ ਅਵਾਰਾ ਗਾਵਾਂ ਜਿਹੜੀਆਂ ਸੜਕਾਂ 'ਤੇ ਘੁੰਮਦੀਆਂ ਨੇ। ਜਿਹੜੇ ਸਟਰੇ ਐਨੀਮਲਸ ਹੈਗੇ ਆ ਉਹ ਇਸ ਕਰਕੇ ਅੱਗੇ ਆ ਜਾਂਦੇ ਆ ਵੀ ਪ੍ਰੋਪਰ ਫੈਂਸਿੰਗ ਨਹੀਂ ਹੁੰਦੀ। ਉਹ ਜਿਹੜੀ ਹੈਗੀ ਹੈ ਫੈਂਸਿੰਗ ਦੀ ਜਿੱਥੇ ਜਿੱਥੇ ਟੁੱਟੀ ਹੋਈ ਹੈ ਅਸੀਂ ਉਹਨੂੰ ਰਿਪੇਅਰ ਕਰਨ ਦੀ ਗੱਲ ਕੀਤੀ ਹੈ ਵੀ ਉਹਨੂੰ ਰਿਪੇਅਰ ਕੀਤਾ ਜਾਵੇ, ਜਿੱਥੇ ਨਹੀਂ ਹੈਗੀ ਉੱਥੇ ਉਹਨੂੰ ਬਣਾਇਆ ਜਾਵੇ। ਨੈਸ਼ਨਲ ਹਾਈਵੇ 95 ਦੀ ਗੱਲ ਕੀਤੀ ਜਾਵੇ ਤਾਂ ਉੱਥੇ ਬਹੁਤ ਜਿਹੜੇ ਆ ਪੁਲ ਬਣਨ ਦੇ ਕਰਕੇ ਜਿਹੜਾ ਆ ਬਹੁਤ ਰਸ਼ ਦੇਖਣ ਨੂੰ ਵੀ ਮਿਲਦਾ ਹੈ ਅਤੇ ਐਕਸੀਡੈਂਟ ਦੇ ਚਾਂਸਸ ਵੀ ਜ਼ਿਆਦਾ ਬਣ ਜਾਂਦੇ। ਕੀ ਉਸ ਦੇ ਬਾਰੇ ਵੀ ਕਿਸੇ ਤਰੀਕੇ ਦੇ ਨਾਲ ਕੋਈ ਡਿਟੇਲ ਮਿਲ ਸਕਦੀ ਹੈ ਕਿ ਉਹ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਵਰਕ ਕੋਈ? ਜਿਹੜੇ ਮੇਰੇ ਬਲੈਕ ਸਪੌਟ ਅਸੀਂ ਜਿਹੜੇ ਆਇਡੈਂਟੀਫਾਈ ਕੀਤੇ ਹੈ ਇਹ ਸਾਰੇ ਆਇਡੈਂਟੀਫਾਈ ਹੋਏ ਹੈ ਨੈਸ਼ਨਲ ਹਾਈਵੇ ਨੰਬਰ 44 ਸਾਹਨੇਵਾਲ ਤੋਂ ਲੈ ਕੇ ਲਾਡੋਵਾਲ ਤੱਕ, ਜਿੱਥੇ ਗੁਰਦੁਆਰਾ ਅਤਰ ਸਾਹਿਬ ਤੋਂ ਸਾਡਾ ਏਰੀਆ ਜਿਹੜਾ ਲੁਧਿਆਣਾ ਕਮਿਸ਼ਨਰੇਟ ਦਾ ਸ਼ੁਰੂ ਹੋ ਜਾਂਦਾ ਅਤੇ ਸਤਲੁਜ ਬ੍ਰਿਜ ਤੱਕ ਜਿਹੜਾ ਸਾਡਾ ਲੁਧਿਆਣਾ ਕਮਿਸ਼ਨਰੇਟ ਦਾ ਏਰੀਆ ਪੈਂਦਾ, ਉਹਦੇ ਵਿੱਚ ਇਹ ਜਿਹੜੇ 10 ਦੇ 10 ਪੁਆਇੰਟ ਹੈ ਇਹ ਜਿਹੜੇ ਹੈਗੇ ਆ ਉਹ ਨੈਸ਼ਨਲ ਹਾਈਵੇ 'ਤੇ ਹੀ ਪਾਏ ਗਏ ਆ। 17 ਸੁਜੈਸ਼ਨਸ ਨੇ, 17 ਜਿਹੜੀਆਂ ਅਸੀਂ ਸੁਜੈਸ਼ਨ ਦਿੱਤੀਆਂ ਵੀ ਇਹਨਾਂ ਵਿੱਚ ਜਿਵੇਂ ਸਭ ਤੋਂ ਪਹਿਲਾਂ ਅਸੀਂ ਸਪੀਡ ਲਿਮਟ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਅਸੀਂ ਸਪੀਡ ਰਡਾਰਸ ਦੀ ਗੱਲ ਕਰ ਰਹੇ ਹਾਂ ਕਿ ਸਪੀਡ ਰਡਾਰ ਲੱਗੇ ਹੋਣੇ ਚਾਹੀਦੇ ਆ ਤਾਂ ਕਿ ਰੈਸ਼ ਡਰਾਈਵਿੰਗ ਨੂੰ, ਤੇਜ਼ ਸਪੀਡ ਨੂੰ ਅਸੀਂ ਫੜ ਸਕੀਏ। ਫਿਰ ਅਸੀਂ ਪਾਰਕਿੰਗ ਲੋਟਸ ਦੀ ਗੱਲ ਕੀਤੀ ਹੈ, ਅਸੀਂ ਨੈਸ਼ਨਲ ਹਾਈਵੇ 'ਤੇ ਪੈਟਰੋਲਿੰਗ ਦੀ ਗੱਲ ਕੀਤੀ ਹੈ ਕਿ ਪੈਟਰੋਲਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਜਿੱਥੇ ਕਿਤੇ ਐਕਸੀਡੈਂਟ ਨਾਲ ਡੈਥ ਹੋ ਜਾਂਦੀ ਹੈ ਤਾਂ ਉਸ ਪੁਆਇੰਟ 'ਤੇ NHAI ਦੀ ਜਿਹੜੀ ਇੱਕ ਟੈਕਨੀਕਲ ਟੀਮ ਹੈ ਜਿਹੜੀ ਰੋਡ ਨੂੰ ਬਣਾਉਂਦੀ ਹੈ, ਜਿਹੜੀ ਰੋਡ 'ਚ ਸੁਧਾਰ ਕਰਦੀ ਹੈ, ਉਹ ਆ ਕੇ ਚੈੱਕ ਕਰੇ ਕਿ ਹਾਦਸੇ ਦੇ ਪਿੱਛੇ ਕਾਰਨ ਜਿਹੜਾ ਹੈਗਾ ਜਿਹੜਾ ਵੀ ਟੈਕਨੀਕਲ ਕਾਰਨ ਹੈ, ਤਾਂ ਕਿ ਉਹਨੂੰ ਰਿਮੂਵ ਕੀਤਾ ਜਾ ਸਕੇ, ਉੱਥੇ ਕਿਤੇ ਦੁਬਾਰਾ ਹਾਦਸਾ ਨਾ ਹੋਵੇ। ਫਾਈਨੈਂਸ਼ੀਅਲ ਏਡ ਕਈ ਵਾਰੀ ਦੇਖਣ 'ਚ ਆਉਂਦਾ ਕਿ ਬੰਦਾ ਜਿਹੜਾ ਇਕੱਲਾ ਹੀ ਕਮਾਊ ਮੈਂਬਰ ਹੁੰਦਾ ਘਰ ਦਾ, ਜੇ ਉਹਦੀ ਨੈਸ਼ਨਲ ਹਾਈਵੇ 'ਤੇ ਡੈਥ ਹੁੰਦੀ ਹੈ ਤਾਂ ਇਹ ਉਹਦਾ ਜਿਹੜਾ ਵੈਰੀਫਿਕੇਸ਼ਨ ਕਰਵਾ ਕੇ ਜੇਕਰ ਉਹਦੇ ਘਰ 'ਚ ਕੋਈ ਕਮਾਊ ਮੈਂਬਰ ਨਹੀਂ ਹੈ ਤਾਂ ਉਹਨੂੰ ਕੋਈ ਫਾਈਨੈਂਸ਼ੀਅਲ ਏਡ ਜਿਹੜੀ ਹੈਗੀ ਉਹਨੂੰ ਜ਼ਰੂਰ ਦੇਣੀ ਚਾਹੀਦੀ ਹੈ, ਤਾਂ ਕਿ ਉਹਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ। ਉਹਦੇ ਕੋਈ ਬੱਚੇ ਪੜ੍ਹਦੇ ਆ, ਉਹਨਾਂ ਦੀ ਕੋਈ ਪੜ੍ਹਾਈ ਲਿਖਾਈ ਬਾਰੇ ਸੋਚਣਾ ਚਾਹੀਦਾ, ਉਹ ਫਾਈਨੈਂਸ਼ੀਅਲ ਏਡ ਜੇ ਮਿਲੇਗੀ ਉਹ ਤਾਂ ਹੀ ਹੋ ਸਕਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਬੀਤੇ ਦਿਨ ਹੀ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਦੇ ਵੱਲੋਂ ਰਾਕੇਸ਼ ਅਗਰਵਾਲ ਜੀ ਦੇ ਵੱਲੋਂ ਜਿਹੜੀ ਹੈ ਟੌਪ 10 ਬਲੈਕ ਸਪੌਟਸ ਦੇ ਬਾਰੇ ਜਿਹੜੀ ਹੈ ਬੁੱਕ ਰਿਲੀਜ਼ ਕੀਤੀ ਗਈ ਅਤੇ ਇਸ ਦੀ ਪੂਰੀ ਡਿਟੇਲਡ ਰਿਪੋਰਟ ਜਿਹੜੀ ਹੈ ACP ਗੁਰਦੇਵ ਸਿੰਘ ਜੀ ਦੇ ਵੱਲੋਂ ਤਿਆਰ ਕੀਤੀ ਗਈ। ਸਭ ਤੋਂ ਪਹਿਲਾਂ ਗੁਰਦੇਵ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਇਸ ਦੇ ਬਾਰੇ ਕਿ ਬਲੈਕ ਸਪੌਟ ਹੁੰਦਾ ਕੀ ਹੈ ਔਰ ਇਸ ਦੇ ਜਿਹੜੇ ਟੌਪ 10 ਬਲੈਕ ਸਪੌਟਸ ਨੇ ਇਹਨਾਂ ਦੇ ਨੇਮ ਕੀ ਨੇ। ਸਰ ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਜੀ। ਸਰ ਸਭ ਤੋਂ ਪਹਿਲਾਂ ਦੱਸੋ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਬਾਰੇ ਨਹੀਂ ਪਤਾ ਹੋਣਾ ਕਿ ਬਲੈਕ ਸਪੌਟ ਹੁੰਦਾ ਕੀ ਹੈ। ਬਲੈਕ ਸਪੌਟ ਦੇ ਬਾਰੇ ਦੱਸਿਆ ਜਾਵੇ ਸਭ ਤੋਂ ਪਹਿਲਾਂ ਜੀ। ਦੇਖੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਜਿਹੜੀ ਸਾਡੀ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇ ਹੈ, ਇਹਦੇ ਦੁਆਰਾ ਬਲੈਕ ਸਪੌਟ ਦੀ ਜਿਹੜੀ ਡੈਫੀਨੇਸ਼ਨ ਦੱਸੀ ਗਈ ਹੈ ਉਹਦੇ ਵਿੱਚ ਹੈ ਕਿ
ਕਿਸੇ 500 ਮੀਟਰ ਦੇ ਦਾਇਰੇ ਵਿੱਚ 3 ਕੈਲੰਡਰ ਈਅਰ ਵਿੱਚ ਜੇਕਰ ਉੱਥੇ 5 ਫੈਟਲ ਐਕਸੀਡੈਂਟ ਹੋ ਜਾਂਦੇ ਨੇ ਜਾਂ 10 ਫੈਟਿਲਿਟੀਜ਼ ਹੋ ਜਾਂਦੀਆਂ ਵੀ ਪਿਛਲੇ 3 ਕੈਲੰਡਰ ਈਅਰ ਵਿੱਚ 500 ਮੀਟਰ ਦੇ ਏਰੀਏ ਦੇ ਵਿੱਚ 5 ਐਕਸੀਡੈਂਟ ਹੋ ਜਾਂਦੇ ਆ ਜਾਂ 10 ਫੈਟਿਲਿਟੀਜ਼ ਹੋ ਜਾਂਦੀਆਂ ਤਾਂ ਉਸ ਜਗ੍ਹਾ ਨੂੰ ਅਸੀਂ ਬਲੈਕ ਸਪੌਟ ਦਾ ਨਾਂ ਦਿੰਦੇ ਹਾਂ, ਜਿਹੜੀ ਸਾਡੀ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇ ਦੁਆਰਾ ਇਹਦੀ ਜਿਹੜੀ ਡੈਫੀਨੇਸ਼ਨ ਦੱਸੀ ਗਈ ਹੈ। ਸੋ ਉਹ ਜਗ੍ਹਾ ਜਿੱਥੇ ਵਾਰ-ਵਾਰ ਐਕਸੀਡੈਂਟ ਹੁੰਦੇ ਆ, ਆਮ ਭਾਸ਼ਾ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਜਗ੍ਹਾ 'ਤੇ ਵਾਰ-ਵਾਰ ਐਕਸੀਡੈਂਟ ਹੁੰਦੇ ਆ ਅਤੇ ਉਸ ਇੱਕੇ ਜਗ੍ਹਾ 'ਤੇ ਹੁੰਦੇ ਆ, ਉਹਨੂੰ ਅਸੀਂ ਆਮ ਭਾਸ਼ਾ 'ਚ ਬਲੈਕ ਸਪੌਟ ਦਾ ਨਾਂ ਦੇ ਦਿੰਦੇ ਹਾਂ। ਸਰ ਬਲੈਕ ਸਪੌਟਸ ਜਿਹੜੇ ਟੌਪ 10 ਲਿਸਟ ਬਣਾਈ ਗਈ ਹੈ, ਉਹ ਲਿਸਟ ਦੇ ਬਾਰੇ ਡਿਟੇਲ ਦਿੱਤੀ ਜਾਵੇ ਕਿ ਕਿਹੜੇ ਉਹ ਬਲੈਕ ਸਪੌਟ ਨੇ ਜੀ। ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਸਾਰੇ ਲੁਧਿਆਣਾ ਕਮਿਸ਼ਨਰੇਟ ਦੇ ਏਰੀਏ ਵਿੱਚ ਅਸੀਂ ਜਿਹੜੀ ਹੈਗੀ ਹੈ ਬਲੈਕ ਸਪੌਟਸ ਲੱਭੇ ਹੈ। ਸਾਰੇ ਅੰਕੜਿਆਂ ਦੇ ਮੁਤਾਬਕ ਕੈਲੰਡਰ ਈਅਰ ਦੇ 2016, 17 ਅਤੇ 18 ਕੈਲੰਡਰ ਈਅਰ ਦਾ ਅਸੀਂ ਸਾਰਾ ਨਿਰੀਖਣ ਕੀਤਾ ਤਾਂ ਉੱਥੇ ਤੋਂ 91 ਬਲੈਕ ਸਪੌਟ ਜਿਹੜੇ ਹੈਗੇ ਆ ਉਹ ਸਾਹਮਣੇ ਆਏ ਆ ਅਤੇ 91 ਬਲੈਕ ਸਪੌਟ ਤੋਂ ਅਸੀਂ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਬਲੈਕ ਸਪੌਟ ਕਿਵੇਂ ਮਤਲਬ ਆਂਕੇ ਜਾਂਦੇ ਆ, ਇਹਦਾ ਜਿਹੜਾ ਇਹਨਾਂ ਨੂੰ ਮੁਲਾਂਕਣ ਕਰਨ ਦਾ ਕੀ ਢੰਗ ਹੈ। ਇਹਦੇ ਵਿੱਚ ਕੀ ਹੈ ਕਿ ਇਹ ਜਿਹੜੇ 3 ਤਰ੍ਹਾਂ ਦੇ ਪੁਆਇੰਟ ਹੁੰਦੇ ਆ। ਜੇਕਰ ਐਕਸੀਡੈਂਟ 'ਚ ਫੈਟਿਲਿਟੀ ਹੋ ਜਾਂਦੀ ਹੈ, ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਉਹਦੇ 7 ਪੁਆਇੰਟ। ਜੇਕਰ ਬੰਦੇ ਗਰੀਵੀਅਸ ਇੰਜਰੀ ਹੋ ਜਾਂਦੀ ਹੈ ਤਾਂ ਉਹਦੇ 'ਚ ਉਹਨੂੰ 3 ਪੁਆਇੰਟ ਅਤੇ ਜੇਕਰ ਮਾਈਨਰ ਇੰਜਰੀ ਹੁੰਦੀ ਹੈ ਐਕਸੀਡੈਂਟ 'ਚ ਤਾਂ ਉਹਨੂੰ ਜਿਹੜਾ ਹੈਗਾ 1 ਪੁਆਇੰਟ ਦਿੱਤਾ ਜਾਂਦਾ। ਇਸ ਤਰ੍ਹਾਂ ਹੀ 53 ਤੋਂ ਜੇ ਬਿਲੋ ਹੈ ਤਾਂ ਉਹ 5th ਆਰਡਰ 'ਚ ਆ ਜਾਂਦਾ। ਇਹਦੇ 5 ਆਰਡਰ ਹੁੰਦੇ ਆ, ਫਸਟ ਆਰਡਰ, ਸੈਕੰਡ ਆਰਡਰ, ਥਰਡ ਆਰਡਰ, 4th ਆਰਡਰ ਐਂਡ 5th ਆਰਡਰ। 53 ਤੋਂ ਥੱਲੇ ਜਿਹੜਾ ਹੈਗਾ ਉਹ 5th ਆਰਡਰ 'ਚ ਆ ਜਾਂਦਾ ਅਤੇ 53 ਤੋਂ ਲੈ ਕੇ 67 ਤੱਕ ਜਿਹੜਾ ਹੈਗਾ ਉਹ 4th ਆਰਡਰ 'ਚ ਆ ਜਾਂਦਾ। ਇਸ ਤਰ੍ਹਾਂ ਹੀ ਜਿਹੜਾ 97 ਐਂਡ ਅਬਵ ਪੁਆਇੰਟ ਜਿਹੜੇ ਆ ਜਾਂਦੇ ਆ, 97 ਐਂਡ ਅਬਵ ਪੁਆਇੰਟ ਦਾ ਜਿਹੜਾ ਉਹ ਫਸਟ ਆਰਡਰ 'ਚ ਪੁਆਇੰਟ ਆ ਜਾਂਦਾ। ਅਸੀਂ ਟੌਪ 10 ਜਿਹੜੇ ਹੈ ਇਹ 97 ਐਂਡ ਅਬਵ ਪੁਆਇੰਟ ਵਾਲੇ ਜਿਹੜੇ ਪੁਆਇੰਟ ਹੈ ਉਹ ਅਸੀਂ 10 ਪੁਆਇੰਟ ਜਿਹੜੇ ਹੈਗੇ ਲੁਧਿਆਣਾ ਕਮਿਸ਼ਨਰੇਟ ਦੇ ਅਸੀਂ ਪਹਿਲਾਂ ਉਹਨਾਂ ਨੂੰ ਮੁਲਾਂਕਣ ਕੀਤਾ। ਉਹਨਾਂ ਦੇ 'ਚ ਅੰਕੜੇ ਅਸੀਂ ਜਿਹੜੇ ਹੈਗੇ ਉਹ ਲੈ ਕੇ ਉਹਦੇ ਵਿੱਚ ਇੱਥੇ ਤੱਕ ਦੇਖਿਆ ਵੀ ਕਿਹੜੇ ਮਹੀਨੇ 'ਚ ਕਿਸ ਦਿਨ ਕਿਹੜੇ ਵਹੀਕਲ ਨਾਲ, ਫਸਟ ਵਹੀਕਲ ਕਿਹੜਾ ਸੀ, ਸੈਕੰਡ ਵਹੀਕਲ ਕਿਹੜਾ ਸੀ ਅਤੇ ਜਿਹੜੇ ਹਾਦਸਿਆਂ 'ਚ ਜ਼ਖਮੀ ਹੋਣ ਵਾਲੇ ਜਾਂ ਮਰਨ ਵਾਲੇ ਵਿਅਕਤੀ ਹੈ ਉਹ ਪੈਡਸਟਰੀਅਨ ਸੀ, ਉਹ 2 ਵੀਲਰ 'ਤੇ ਸੀ, ਉਹ ਸਾਈਕਲਿਸਟ ਸੀ ਜਾਂ ਉਹ 4 ਵੀਲਰ 'ਤੇ ਸੀ। ਉਹਦਾ ਵੀ ਅਸੀਂ ਸਾਰਾ ਜਿਹੜਾ ਡਿਟੇਲ ਹੈ ਉਹ ਡਿਟੇਲ ਕੱਢ ਕੇ ਅਸੀਂ ਉਹਨੂੰ ਬਹੁਤ ਡੂੰਘਾਈ 'ਚ ਜਾ ਕੇ ਅਸੀਂ ਟੌਪ 10 ਜਿਹੜੇ ਲੁਧਿਆਣਾ ਦੇ ਜਿਹੜੇ ਸਾਡੇ 97 ਅਬਵ ਜਿਹੜੇ ਪੁਆਇੰਟ ਵਾਲੇ ਅਸੀਂ ਉਹ ਜਿਹੜੇ 10 ਪੁਆਇੰਟ ਆ ਉਹਨਾਂ ਦਾ ਅਸੀਂ ਨਿਰੀਖਣ ਕੀਤਾ। ਸਰ ਇਹ ਇਕੱਲੇ ਨੈਸ਼ਨਲ ਹਾਈਵੇ 44 ਦੀ ਗੱਲਬਾਤ ਕੀਤੀ ਜਾ ਰਹੀ ਹੈ, ਲੇਕਿਨ ਸਾਡੇ ਨੈਸ਼ਨਲ ਹਾਈਵੇ 95 ਦੀ ਗੱਲ ਕੀਤੀ ਜਾਵੇ ਤਾਂ ਉੱਥੇ ਬਹੁਤ ਜਿਹੜੇ ਆ ਪੁਲ ਬਣਨ ਦੇ ਕਰਕੇ ਜਿਹੜਾ ਆ ਬਹੁਤ ਰਸ਼ ਦੇਖਣ ਨੂੰ ਵੀ ਮਿਲਦਾ ਹੈ ਅਤੇ ਐਕਸੀਡੈਂਟ ਦੇ ਚਾਂਸਸ ਵੀ ਜ਼ਿਆਦਾ ਬਣ ਜਾਂਦੇ। ਕੀ ਉਸ ਦੇ ਬਾਰੇ ਵੀ ਕਿਸੇ ਤਰੀਕੇ ਦੇ ਨਾਲ ਕੋਈ ਡਿਟੇਲ ਮਿਲ ਸਕਦੀ ਹੈ ਕਿ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਵਰਕ ਕੋਈ? ਇਹ ਜਿਹੜੇ ਕੁਦਰਤੀ ਜਿਹੜੇ ਇਹ ਟੌਪ 10 ਬਲੈਕ ਸਪੌਟਸ ਜਿਹੜੇ ਪਾਏ ਗਏ ਆ ਉਹ ਨੈਸ਼ਨਲ ਹਾਈਵੇ ਨੰਬਰ 44 'ਤੇ ਹੀ ਪਾਏ ਗਏ ਆ, ਕਿਉਂਕਿ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜਾ ਸਾਡਾ ਨੈਸ਼ਨਲ ਹਾਈਵੇ 44 'ਤੇ ਕੰਸਟਰਕਸ਼ਨ ਵਰਕ ਜਿਹੜਾ ਹੈਗਾ ਕਾਫੀ ਚੱਲਦਾ ਰਿਹਾ, ਜਿਹਦੇ ਵਿੱਚ ਤੁਸੀਂ ਦੇਖਿਆ ਕਿ ਸਾਹਨੇਵਾਲ ਜਿਹੜੇ ਮੇਰੇ ਬਲੈਕ ਸਪੌਟ ਅਸੀਂ ਜਿਹੜੇ ਇਹ ਆਇਡੈਂਟੀਫਾਈ ਕੀਤੇ ਹੈ ਇਹ ਸਾਰੇ ਆਇਡੈਂਟੀਫਾਈ ਹੋਏ ਹੈ ਨੈਸ਼ਨਲ ਹਾਈਵੇ ਨੰਬਰ 44 ਸਾਹਨੇਵਾਲ ਤੋਂ ਲੈ ਕੇ ਲਾਡੋਵਾਲ ਤੱਕ, ਜਿੱਥੇ ਗੁਰਦੁਆਰਾ ਅਤਰ ਸਾਹਿਬ ਤੋਂ ਸਾਡਾ ਏਰੀਆ ਜਿਹੜਾ ਲੁਧਿਆਣਾ ਕਮਿਸ਼ਨਰੇਟ ਦਾ ਸ਼ੁਰੂ ਹੋ ਜਾਂਦਾ ਅਤੇ ਸਤਲੁਜ ਬ੍ਰਿਜ ਤੱਕ ਜਿਹੜਾ ਸਾਡਾ ਲੁਧਿਆਣਾ ਕਮਿਸ਼ਨਰੇਟ ਦਾ ਏਰੀਆ ਪੈਂਦਾ। ਉਹਦੇ ਵਿੱਚ ਇਹ ਜਿਹੜੇ 10 ਦੇ 10 ਪੁਆਇੰਟ ਹੈ ਇਹ ਜਿਹੜੇ ਹੈਗੇ ਆ ਉਹ ਨੈਸ਼ਨਲ ਹਾਈਵੇ 'ਤੇ ਹੀ ਪਾਏ ਗਏ ਆ। ਇਸ ਕਰਕੇ ਅਸੀਂ ਇਕੱਲਾ 10 ਜਿਹੜੇ ਪੁਆਇੰਟ, ਕਿਉਂਕਿ ਇਹ ਸਾਡੇ ਜਿਹੜੇ ਹੈਗੇ ਸਭ ਤੋਂ ਜ਼ਿਆਦਾ ਫੈਟਿਲਿਟੀ ਵਾਲੇ ਪੁਆਇੰਟ ਆ, ਅਸੀਂ ਇਹਨਾਂ ਨੂੰ ਤਾਂ ਚੁਣਿਆ ਤਾਂ ਕਿ ਇਹਨਾਂ 'ਤੇ ਜਿਹੜੀਆਂ ਜਿਹੜੇ ਕੌਜ਼ਿਸ ਜਿਹੜੇ ਸਾਡੇ ਸਾਹਮਣੇ ਆਏ ਆ ਉਹਨਾਂ ਕੌਜ਼ਿਸ ਨੂੰ ਅਸੀਂ ਰੈਡੀਕੇਟ ਕਰਾ ਕੇ ਅਸੀਂ ਜਿਹੜਾ ਹੈਗਾ ਇੱਥੇ ਐਕਸੀਡੈਂਟ ਦਾ ਜਿਹੜਾ ਰੇਟ ਹੈ ਉਹਨੂੰ ਘੱਟ ਕਰਾਂਗੇ। ਕੌਜ਼ਿਸ ਕੀ ਨੇ ਜੀ ਇਹ ਸਾਹਮਣੇ ਆਉਂਦੇ ਨੇ ਵੀ ਐਕਸੀਡੈਂਟ ਇੰਨੇ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ ਜਿਹੜੇ ਨੈਸ਼ਨਲ ਹਾਈਵੇ 44 ਦੇ ਉੱਤੇ ਹੀ? ਇਹਦੇ 'ਚ ਨਾ ਹਰ ਬਲੈਕ ਸਪੌਟ ਦਾ ਅਲੱਗ-ਅਲੱਗ ਜਿਹੜੇ ਕੌਜ਼ਿਸ ਹੈ
ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਇਸ ਬੁੱਕ ਵਿੱਚ ਵੀ ਇਕੱਲੇ ਪੁਆਇੰਟ ਨੂੰ ਅਸੀਂ ਅਲੱਗ-ਅਲੱਗ ਉਹਦੇ ਜਿਹੜੇ ਮੌਕੇ 'ਤੇ ਜਾਣ 'ਤੇ ਸਾਨੂੰ ਜਿਹੜੇ ਕੌਜ਼ਿਸ ਜਿਹੜੇ ਸਾਨੂੰ ਪਾਏ ਗਏ, ਅਸੀਂ ਉਹ ਕੌਜ਼ਿਸ ਅਤੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ, ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਜਿਵੇਂ ਅਸੀਂ ਸਭ ਤੋਂ ਜੇ ਪਹਿਲੇ ਅਸੀਂ ਪੁਆਇੰਟ ਦੀ ਗੱਲ ਕਰਦੇ ਹਾਂ ਕਿ ਸਾਹਨੇਵਾਲ ਬ੍ਰਿਜ 'ਤੇ ਜਿੱਥੇ ਐਕਸੀਡੈਂਟ ਹੁੰਦੇ ਆ, ਅਸੀਂ ਉਹਦਾ ਮੈਪ ਦਿੱਤਾ। ਮੈਪ ਦੇ ਨਾਲ ਅਸੀਂ ਮੰਥ ਵਾਈਜ਼ ਜਿਹੜੀ ਡਿਟੇਲ ਦਿੱਤੀ ਹੈ ਕਿ ਜਿਵੇਂ ਕਿਹੜੇ ਮੰਥ ਵਿੱਚ ਕਿੰਨੇ ਐਕਸੀਡੈਂਟ ਹੋਏ ਆ ਅਤੇ ਕਿਹੜੇ ਹਫ਼ਤੇ ਦੇ ਕਿਹੜੇ ਦਿਨ 'ਚ ਕਿੰਨੇ ਐਕਸੀਡੈਂਟ ਹੋਏ ਆ। ਇਹਦੇ 'ਚ ਕਿਉਂਕਿ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਜਿੱਥੇ ਇੰਡਸਟਰੀ ਦਾ ਜ਼ਿਆਦਾ ਜ਼ੋਰ ਹੈ, ਜਿੱਥੇ ਇੰਡਸਟਰੀ 'ਚ ਜਦੋਂ ਛੁੱਟੀ ਦਾ ਟਾਈਮ ਹੁੰਦਾ, ਅਸੀਂ ਟਾਈਮਿੰਗ ਤੱਕ ਦੇਖੀ ਆ ਵੀ ਕਿਹੜੇ ਟਾਈਮ 'ਤੇ ਜ਼ਿਆਦਾ ਐਕਸੀਡੈਂਟ ਹੋਏ ਆ। ਕਿਉਂਕਿ ਜਦੋਂ ਕਿਸੇ ਨੇ ਆਪਣਾ ਛੁੱਟੀ ਕਰਕੇ ਜਾਣਾ ਜਾਂ ਦੂਜੇ ਨੇ ਨਵੀਂ ਜਿਹੜੀ ਸ਼ਿਫਟ 'ਚ ਜੁਆਇਨ ਕਰਨਾ ਹੈ ਡਿਊਟੀ ਨੂੰ, ਤਾਂ ਕਈ ਵਾਰੀ ਉੱਥੇ ਜਿਹੜਾ ਹੈਗਾ ਸ਼ਾਰਟਕੱਟ ਦੇ ਚੱਕਰ ਵਿੱਚ ਲੋਕ ਸ਼ਾਰਟਕੱਟ ਅਪਣਾਉਂਦੇ ਆ ਰੋਂਗ ਸਾਈਡ, ਰੋਂਗ ਢੰਗ ਨਾਲ, ਤਾਂ ਉੱਥੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਆ। ਤਾਂ ਉਹਦੇ ਵਿੱਚ ਅਸੀਂ ਟਾਈਮਿੰਗ ਵੀ ਦੇਖੀ ਹੈ ਅਤੇ ਅਸੀਂ ਦੇਖਿਆ ਕਿ ਕਿਹੜੇ ਟਾਈਮ 'ਚ ਕਿੰਨੇ ਐਕਸੀਡੈਂਟ ਹੋਏ ਆ। ਇਹਦੇ ਨਾਲ ਫਸਟ ਵਹੀਕਲ ਕਿਹੜਾ ਸੀ ਜਿਹਨੇ ਹਿੱਟ ਕੀਤਾ, ਉਸ ਤੋਂ ਬਾਅਦ ਸੈਕਿੰਡ ਵਹੀਕਲ ਕੀ ਸੀ। ਇੱਥੇ ਤੁਸੀਂ ਦੇਖੋਗੇ ਕਿ ਸਾਹਨੇਵਾਲ 'ਚ ਅਸੀਂ ਦੇਖਿਆ ਕਿ ਸਭ ਤੋਂ ਵੱਧ 15 ਜਿਹੜੇ ਵਿਅਕਤੀ ਆ ਸਾਡੇ, ਉਹ ਪੈਡਸਟਰੀਅਨ ਸੀ, ਉਹ ਪੈਦਲਿਸਟ ਸੀਗੇ ਜਿਹੜੇ ਸੜਕ ਕ੍ਰੋਸ ਕਰਨ ਲੱਗੇ ਹਾਦਸੇ ਦਾ ਸ਼ਿਕਾਰ ਹੋਏ। ਸੋ ਇਸ ਤਰ੍ਹਾਂ ਅਸੀਂ ਇਕੱਲੇ ਪੁਆਇੰਟ ਦਾ ਅਸੀਂ ਇਕੱਲਾ ਪੁਆਇੰਟ ਕੱਢ ਕੇ ਅਤੇ ਨਾਲ ਦੀ ਨਾਲ ਅਸੀਂ ਉਹਦੇ ਜਿਹੜੇ ਸਾਹਨੇਵਾਲ ਦੇ ਜਿਹੜੇ ਸਾਹਨੇਵਾਲ ਬ੍ਰਿਜ ਦੇ ਜਿਹੜੇ ਕੌਜ਼ਿਸ ਸਾਨੂੰ ਨਜ਼ਰ ਆਏ ਜਿਨ੍ਹਾਂ ਕਰਕੇ ਹਾਦਸਾ ਹੋਇਆ, ਅਸੀਂ ਉਹ ਦਿੱਤੇ ਆ। ਅਤੇ ਅੱਗੇ ਸੁਜੈਸ਼ਨਸ ਜਿਹੜਾ ਸਾਹਨੇਵਾਲ ਬ੍ਰਿਜ 'ਤੇ ਸਾਡੀਆਂ ਸੁਜੈਸ਼ਨਸ ਨੇ ਉਹ ਵੱਖਰੀਆਂ ਨੇ, ਅਸੀਂ ਉਹ ਦਿੱਤੀਆਂ। ਅਤੇ ਐਂਡ ਵਿੱਚ ਇਸ ਤਰ੍ਹਾਂ ਸਾਰੇ ਪੁਆਇੰਟਾਂ ਤੋਂ ਬਾਅਦ ਐਂਡ ਵਿੱਚ ਅਸੀਂ ਜਿਹੜੀਆਂ ਜਰਨਲ ਸੁਜੈਸ਼ਨਸ ਹੈਗੀਆਂ ਉਹ 17 ਸੁਜੈਸ਼ਨਸ ਨੇ, 17 ਜਿਹੜੀਆਂ ਅਸੀਂ ਸੁਜੈਸ਼ਨ ਦਿੱਤੀਆਂ ਵੀ ਇਹਨਾਂ ਵਿੱਚ ਜਿਵੇਂ ਸਭ ਤੋਂ ਪਹਿਲਾਂ ਅਸੀਂ ਸਪੀਡ ਲਿਮਿਟ ਦੀ ਗੱਲ ਕੀਤੀ ਹੈ। ਉਸ ਤੋਂ ਬਾਅਦ ਅਸੀਂ ਸਪੀਡ ਰਡਾਰਸ ਦੀ ਗੱਲ ਕਰ ਰਹੇ ਹਾਂ ਕਿ ਸਪੀਡ ਰਡਾਰ ਲੱਗੇ ਹੋਣੇ ਚਾਹੀਦੇ ਆ ਤਾਂ ਕਿ ਰੈਸ਼ ਡਰਾਈਵਿੰਗ ਨੂੰ, ਤੇਜ਼ ਸਪੀਡ ਨੂੰ ਅਸੀਂ ਫੜ ਸਕੀਏ। ਫਿਰ ਅਸੀਂ ਪਾਰਕਿੰਗ ਲੋਟਸ ਦੀ ਗੱਲ ਕੀਤੀ ਹੈ। ਅਸੀਂ ਨੈਸ਼ਨਲ ਹਾਈਵੇ 'ਤੇ ਪੈਟਰੋਲਿੰਗ ਦੀ ਗੱਲ ਕੀਤੀ ਹੈ ਕਿ ਪੈਟਰੋਲਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇਹਦੇ ਨਾਲ ਅਸੀਂ ਸਾਈਨ ਬੋਰਡਸ ਜਿਹੜੇ ਹੈਗੇ ਆ ਉਹ ਲਗਾਉਣ ਦੀ ਗੱਲ ਕੀਤੀ ਹੈ। ਅਨਆਥੋਰਾਈਜ਼ਡ ਕੱਟ ਨੂੰ ਕਲੋਜ਼ ਕਰਨ ਦੀ ਅਸੀਂ ਗੱਲ ਕੀਤੀ ਹੈ, ਜਿਹੜੇ ਲੋਕਾਂ ਦੁਆਰਾ ਆਪਣੇ ਤੌਰ 'ਤੇ ਸ਼ਾਰਟਕੱਟ ਨੂੰ ਬਣਾਉਣ ਲੱਗੇ ਬਣਾ ਲਏ ਜਾਂਦੇ ਨੇ। ਅਤੇ ਇਸ ਤਰ੍ਹਾਂ ਹੀ ਜਿਹੜੀਆਂ ਸਟਰੀਟ ਲਾਈਟਸ ਦੀ ਅਸੀਂ ਗੱਲ ਕੀਤੀ ਹੈ, ਜਿੱਥੇ ਕ੍ਰੋਸਿੰਗ ਹੈਗੀਆਂ ਨੇ, ਜਿੱਥੋਂ ਲੋਕਾਂ ਨੇ ਲੰਘਣਾ, ਉੱਥੇ ਜਿੱਥੇ ਲਾਈਟ ਦੀ ਜਿਹੜੀ ਕਮੀ ਆ ਉਹਨੂੰ ਪੂਰਾ ਕੀਤਾ ਜਾਣਾ ਚਾਹੀਦਾ। ਅਸੀਂ ਨਾਲ ਦੀ ਨਾਲ ਡਿਵਰਸ਼ਨਸ ਦੀ ਗੱਲ ਕੀਤੀ ਆ, ਪੁਲ 'ਤੇ ਚੜ੍ਹਨ 'ਤੇ ਪੁਲ ਤੋਂ ਉਤਰਨ ਦਾ ਜਿਹੜਾ ਡਿਵਰਸ਼ਨਸ ਜਿਹੜੀਆਂ ਹੈਗੀਆਂ ਉਹ ਚੰਗੀਆਂ ਹੋਣੀਆਂ ਚਾਹੀਦੀਆਂ। ਨਾਲ ਦੀ ਨਾਲ ਅਗਲਾ ਜਿਹੜਾ ਅਸੀਂ ਐਨਕਰੋਚਮੈਂਟ ਦੀ ਗੱਲ ਕੀਤੀ ਹੈ, ਕਿਉਂਕਿ ਕਈ ਪੁਆਇੰਟਾਂ 'ਤੇ ਐਨਕਰੋਚਮੈਂਟ ਲੋਕਾਂ ਦੁਆਰਾ ਕੀਤੀ ਹੁੰਦੀ ਹੈ, ਐਨਕਰੋਚਮੈਂਟਾਂ ਦੇ ਚੱਕਰ 'ਚ ਵੀ ਐਕਸੀਡੈਂਟ ਹੁੰਦੇ ਆ। ਅੱਗੇ ਜਿਹੜਾ ਸੀਵਰੇਜ ਡਰੇਨਸ ਜਿਹੜੀਆਂ ਨੈਸ਼ਨਲ ਹਾਈਵੇ ਦੇ ਨਾਲ ਬਣੀਆਂ, ਉਹਨਾਂ 'ਚ ਕਈ ਵਾਰੀ ਬਹੁਤ ਜ਼ਿਆਦਾ ਮਿੱਟੀ ਭਰੀ ਪਈ ਹੁੰਦੀ ਹੈ, ਜਿਹੜਾ ਜਿੱਥੋਂ ਦੀ ਪਾਣੀ ਲੰਘਣਾ ਉਹ ਪਾਣੀ ਲੰਘਣ ਦੀ ਜਗ੍ਹਾ ਹੀ ਨਹੀਂ ਹੁੰਦੀ, ਅਤੇ ਪਾਣੀ ਜਦੋਂ ਉਹਦੇ ਵਿੱਚ ਦੀ ਡਰੇਨਸ ਤੋਂ ਜਾਂਦਾ ਨਹੀਂ, ਉਹ ਸਾਰਾ ਪਾਣੀ ਸੜਕਾਂ 'ਤੇ ਖੜ੍ਹ ਜਾਂਦਾ। ਉਹਦੇ ਨਾਲ ਵੀ ਜੇ ਕਿਤੇ ਉਹਦੇ 'ਚ ਵੀ ਬਹੁਤ ਹਾਦਸੇ ਹੋਣ ਦਾ ਜਿਹੜਾ ਕਾਰਨ ਬਣਦਾ, ਡਰੇਨਿੰਗ ਸਹੀ ਨਾ ਹੋਣ ਕਰਕੇ। ਫਿਰ ਅਸੀਂ ਗੱਲ ਕੀਤੀ ਹੈ ਕਿ ਜਰਨਲ ਇੰਸਪੈਕਸ਼ਨ ਹੋਣੀ ਚਾਹੀਦੀ ਹੈ ਹਰ ਫੋਰਟਨਾਈਟਲੀ, ਮਤਲਬ ਜਿਹੜੀਆਂ ਟੈਕਨੀਕਲ ਟੀਮਾਂ ਦੁਆਰਾ ਉਹ ਰੋਡ ਦੀ ਜਿਹੜੀ ਹੈ ਉਹ ਜਰਨਲ ਇੰਸਪੈਕਸ਼ਨ ਹੋਵੇ। ਕਿਤੇ ਕੋਈ ਟੋਆ ਪਿਆ ਹੋਇਆ, ਕਿਤੇ ਕੋਈ ਖੰਭਾ ਡਿੱਗਿਆ ਹੋਇਆ, ਕਿਤੇ ਕੋਈ ਦਰਖਤ ਇਹੋ ਜਿਹਾ ਹੈਗਾ ਉਹ ਡਿੱਗਿਆ ਹੋਇਆ, ਕਿਤੇ ਕੋਈ ਵੀ ਚੀਜ਼ ਇਹੋ ਜਿਹੀ ਜਿਹੜੀ ਟ੍ਰੈਫਿਕ 'ਚ ਰੁਕਾਵਟ ਪਾ ਰਹੀ ਹੈ, ਜਿਹੜੀ ਐਕਸੀਡੈਂਟ ਦਾ ਕਾਰਨ ਬਣ ਸਕਦੀ ਆ, ਉਹ ਜਿਹੜੀਆਂ ਹੈਗੀਆਂ ਉਹ ਹਰ 15 ਦਿਨਾਂ ਬਾਅਦ ਇੰਸਪੈਕਸ਼ਨ ਕਰਕੇ ਰਿਮੂਵ ਹੋਣੀਆਂ ਚਾਹੀਦੀਆਂ। ਇਹਦੇ ਨਾਲ ਅਸੀਂ ਕਿਹਾ ਕਿ ਜਿਹੜੇ ਐਕਸੀਡੈਂਟ ਸੀਨ ਜਿੱਥੇ ਕਿਤੇ ਐਕਸੀਡੈਂਟ ਨਾਲ ਡੈਥ ਹੋ ਜਾਂਦੀ ਹੈ, ਤਾਂ ਉਸ ਪੁਆਇੰਟ 'ਤੇ NHAI ਦੀ ਜਿਹੜੀ ਇੱਕ ਟੈਕਨੀਕਲ ਟੀਮ ਹੈ, ਜਿਹੜੀ ਰੋਡ ਨੂੰ ਬਣਾਉਂਦੀ ਹੈ, ਜਿਹੜੀ ਰੋਡ 'ਚ ਸੁਧਾਰ ਕਰਦੀ ਹੈ, ਉਹ ਆ ਕੇ ਚੈੱਕ ਕਰੇ ਕਿ ਹਾਦਸੇ ਦੇ ਪਿੱਛੇ ਕਾਰਨ ਜਿਹੜਾ ਹੈਗਾ, ਜਿਹੜਾ ਵੀ ਟੈਕਨੀਕਲ ਕਾਰਨ ਹੈ, ਤਾਂ ਕਿ ਉਹਨੂੰ ਰਿਮੂਵ ਕੀਤਾ ਜਾ ਸਕੇ, ਉੱਥੇ ਕਿਤੇ ਦੁਬਾਰਾ ਹਾਦਸਾ ਨਾ ਹੋਵੇ। ਇਸ ਦੇ ਨਾਲ ਅਸੀਂ ਅੰਡਰਪਾਸ ਅਤੇ ਓਵਰਪਾਸ ਦੀ ਅਸੀਂ ਪ੍ਰੋਵੀਜ਼ਨ ਬਾਰੇ ਗੱਲ ਕੀਤੀ ਹੈ ਕਿ ਜਿਵੇਂ ਜਿੱਥੇ ਜ਼ਿਆਦਾ ਇੰਡਸਟਰੀ ਦਾ ਜ਼ੋਰ ਆ, ਉੱਥੇ ਜਿਹੜੇ ਅੰਡਰਪਾਸ ਜ਼ਿਆਦਾ ਹੋਣੇ ਚਾਹੀਦੇ ਆ, ਤਾਂ ਕਿ ਲੋਕ ਜਿਹੜਾ ਅਨਆਥੋਰਾਈਜ਼ਡ ਕੱਟ ਖੋਲ੍ਹਦੇ ਆ ਉਹ ਨਾ ਖੋਲ੍ਹਣ, ਅਤੇ ਨੇੜੇ ਉਹਨਾਂ ਨੂੰ ਜਿਹੜੀ ਸੁਵਿਧਾ ਹੋਵੇ 1 ਕਿਲੋਮੀਟਰ ਦੇ ਦਾਇਰੇ 'ਚ ਜੇ ਮੰਨ ਲਓ ਅੰਡਰਪਾਸ ਬਣਿਆ, ਤਾਂ ਉੱਥੇ ਲੋਕ ਜੇ ਲੰਘ ਸਕਣਗੇ ਤਾਂ ਉਹਨਾਂ ਨੂੰ ਕੋਈ ਨਾਲੇ ਤਾਂ ਉਹ એનર્ਜੀ ਸੇਵਿੰਗ ਦਾ ਚੱਕਰ ਨਹੀਂ ਰਹੇਗਾ, ਉਹ ਆਪਦਾ ਜਿਹੜਾ ਕ੍ਰੋਸਿੰਗ ਕਰ ਸਕਦੇ ਆ। ਫਿਰ ਅਸੀਂ ਰੋਡ ਸੇਫਟੀ ਕਮੇਟੀ ਦੀ ਗੱਲ ਕੀਤੀ ਹੈ ਵੀ ਰੋਡ ਸੇਫਟੀ ਕਮੇਟੀ ਜਿਹੜੀ ਹੈ ਉਸ ਏਰੀਏ ਦੇ ਲੋਕਾਂ ਦੁਆਰਾ, ਜਿਹੜੇ ਉਸ ਏਰੀਏ 'ਚ ਰਹਿੰਦੇ ਆ, ਉਹਨਾਂ ਨੂੰ
ਉੱਥੇ ਦਾ ਗਿਆਨ ਹੁੰਦਾ, ਕਿੱਥੇ ਕਿਹੜੀ ਚੀਜ਼ ਦੀ ਕਮੀ ਹੈ, ਕਿੱਥੇ ਕੀ ਹੋਣਾ ਚਾਹੀਦਾ। ਉਸ ਲੋਕਲ ਏਰੀਆ ਦੀ ਲੋਕੈਲਿਟੀ ਦੇ ਲੋਕਾਂ ਨੂੰ ਰੋਡ ਸੇਫਟੀ ਕਮੇਟੀ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਜਾਣਾ ਚਾਹੀਦਾ। ਅਤੇ ਅੱਗੇ ਅਸੀਂ ਗੱਲ ਕੀਤੀ ਹੈ ਕਿ ਇੱਕ ਸਪੈਸ਼ਲ ਐਪ ਜਿਹੜਾ ਨੈਸ਼ਨਲ ਹਾਈਵੇ ਦਾ, ਉਹ ਏਰੀਆ ਦੇ ਮੁਤਾਬਕ, ਜਿਵੇਂ ਜੇ ਫੋਰ ਐਗਜ਼ਾਮਪਲ ਅਸੀਂ ਉਹ ਸਾਡੇ ਸਾਹਨੇਵਾਲ ਤੋਂ ਬੰਦਾ ਕ੍ਰੋਸ ਕਰ ਰਿਹਾ ਤਾਂ ਉਹ ਨੈਸ਼ਨਲ ਜਿਹੜਾ ਉਹਦਾ ਨੈਸ਼ਨਲ ਹਾਈਵੇ 'ਤੇ ਇੱਕ ਇਸ ਤਰ੍ਹਾਂ ਦਾ ਐਪ ਜਿਹੜਾ ਡਿਵੈਲਪ ਹੋਣਾ ਚਾਹੀਦਾ, ਤਾਂ ਕਿ ਜੇ ਬੰਦਾ ਜਾ ਰਿਹਾ ਤਾਂ ਉਹਨੂੰ ਪਤਾ ਹੋਵੇ ਵੀ ਇੱਥੇ ਨੇੜੇ ਹੌਸਪੀਟਲ ਕਿੱਥੇ ਹੈ, ਨੇੜੇ ਪੁਲਿਸ ਸਟੇਸ਼ਨ ਕਿਹੜਾ ਹੈ, ਇਨ ਕੇਸ ਆਫ ਐਨੀ ਐਮਰਜੈਂਸੀ ਮੈਨੂੰ ਐਂਬੂਲੈਂਸ ਕਿੱਥੋਂ ਅਵੇਲੇਬਲ ਹੋਊਗੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਸ ਐਪ 'ਤੇ ਹੋਣੀਆਂ ਚਾਹੀਦੀਆਂ। ਅਤੇ ਇਸ ਤਰ੍ਹਾਂ ਹੀ ਅਸੀਂ ਗੱਲ ਕੀਤੀ ਹੈ ਕਿ ਬੰਦੇ ਨੂੰ ਫਾਈਨੈਂਸ਼ੀਅਲ ਏਡ ਕਈ ਵਾਰੀ ਦੇਖਣ 'ਚ ਆਉਂਦਾ ਕਿ ਬੰਦਾ ਜਿਹੜਾ ਇਕੱਲਾ ਹੀ ਕਮਾਊ ਮੈਂਬਰ ਹੁੰਦਾ ਘਰ ਦਾ, ਜੇ ਉਹਦੀ ਨੈਸ਼ਨਲ ਹਾਈਵੇ 'ਤੇ ਡੈਥ ਹੁੰਦੀ ਹੈ ਤਾਂ ਇਹ ਉਹਦਾ ਜਿਹੜਾ ਵੈਰੀਫਿਕੇਸ਼ਨ ਕਰਵਾ ਕੇ ਜੇਕਰ ਉਹਦੇ ਘਰ 'ਚ ਕੋਈ ਕਮਾਊ ਮੈਂਬਰ ਨਹੀਂ ਹੈ ਤਾਂ ਉਹਨੂੰ ਕੋਈ ਫਾਈਨੈਂਸ਼ੀਅਲ ਏਡ ਜਿਹੜੀ ਹੈਗੀ ਆ ਉਹਨੂੰ ਜ਼ਰੂਰ ਦੇਣੀ ਚਾਹੀਦੀ ਹੈ, ਤਾਂ ਕਿ ਉਹਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ। ਉਹਦੇ ਕੋਈ ਬੱਚੇ ਪੜ੍ਹਦੇ ਆ, ਉਹਨਾਂ ਦੀ ਕੋਈ ਪੜ੍ਹਾਈ ਲਿਖਾਈ ਬਾਰੇ ਸੋਚਣਾ ਚਾਹੀਦਾ। ਉਹ ਫਾਈਨੈਂਸ਼ੀਅਲ ਏਡ ਜੇ ਮਿਲੇਗੀ ਉਹ ਤਾਂ ਹੀ ਹੋ ਸਕਦਾ। ਅਤੇ ਲਾਸਟ ਵਿੱਚ ਅਸੀਂ ਜਿਹੜਾ 17th ਪੁਆਇੰਟ ਜਿਹੜਾ ਦਿੱਤਾ, ਉਹ ਅਸੀਂ ਦਿੱਤਾ ਕਿ ਅਵਾਰਡਸ ਜਿਵੇਂ ਹੁਣ ਭਾਈ ਕਨ੍ਹਈਆ ਅਵਾਰਡ ਸਾਡੀ ਸਟੇਟ ਗੌਰਮੈਂਟ ਵੱਲੋਂ ਰੱਖਿਆ ਗਿਆ ਕਿ ਜੇ ਕੋਈ ਬੰਦਾ ਕਿਸੇ ਜ਼ਖਮੀ ਨੂੰ ਐਕਸੀਡੈਂਟ 'ਚ ਜ਼ਖਮੀ ਨੂੰ ਚੱਕ ਕੇ ਹੌਸਪੀਟਲ ਲੈ ਕੇ ਜਾਂਦਾ, ਉਹਨੂੰ ਉੱਥੇ ਉਹਦੇ ਇਲਾਜ ਵਾਸਤੇ ਹੌਸਪੀਟਲਾਈਜ਼ ਕਰਾਉਂਦਾ, ਤਾਂ ਉਹ ਜਿਹੇ ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਔਨਰ ਦੇਣਾ। ਅਸੀਂ ਉਹਨਾਂ ਨੂੰ 15 ਅਗਸਤ ਜਾਂ 26 ਜਨਵਰੀ 'ਤੇ ਭਾਈ ਕਨ੍ਹਈਆ ਅਵਾਰਡ ਨਾਲ ਸਾਡੀ ਜਿਹੜੀ ਸਟੇਟ ਗੌਰਮੈਂਟ ਆ ਉਹ ਸਨਮਾਨਿਤ ਕਰਦੀ ਹੈ। ਇਸ ਤਰ੍ਹਾਂ ਦੇ ਅਵਾਰਡ ਬਾਰੇ ਲੋਕਾਂ ਨੂੰ ਜਿਹੜਾ ਹੈਗਾ ਅਵੇਅਰਨੈਸ ਵੱਧ ਤੋਂ ਵੱਧ ਦੇਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਸਨਮਾਨਿਤ ਕਰਨਾ ਚਾਹੀਦਾ, ਤਾਂ ਕਿ ਅਜਿਹੇ ਲੋਕ ਜਿਹੜੇ ਡਰਦੇ ਕਿਸੇ ਜਿਹੜਾ ਵਿਕਟਮ ਹੈਗਾ, ਜਿਹੜਾ ਐਕਸੀਡੈਂਟ ਦਾ ਵਿਕਟਮ ਹੈ, ਉਹਨੂੰ ਚੱਕਦੇ ਨਹੀਂ, ਤਾਂ ਕਿ ਉਹ ਲੋਕ ਜਿਹੜੇ ਜ਼ਿਆਦਾ ਉਹਨਾਂ ਨੂੰ ਚੱਕਣ ਅਤੇ ਉਹਨਾਂ ਨੂੰ ਅਵਾਰਡ ਦੇਣ, ਤਾਂ ਲੋਕ ਜਿਹੜਾ ਹੈਗਾ ਜਿਹਨਾਂ ਉਤਸ਼ਾਹਿਤ ਹੋਣਗੇ। ਇਸ ਤਰ੍ਹਾਂ ਅਸੀਂ ਸਾਰੀਆਂ ਉਹ ਸੁਜੈਸ਼ਨਸ ਦਿੱਤੀਆਂ ਜਿਹੜੀਆਂ ਮੌਕੇ 'ਤੇ ਸਾਨੂੰ ਉੱਥੇ ਦੇਖ ਕੇ ਪਤਾ ਲੱਗਦੀਆਂ ਨੇ ਵੀ ਆਹ ਚੀਜ਼ਾਂ ਜੇ ਹੋ ਜਾਣ ਤਾਂ ਜਿਹੜਾ ਅਸੀਂ ਐਕਸੀਡੈਂਟ ਦੀ ਜਿਹੜੀ ਦਰ ਹੈ ਉਹਨੂੰ ਘਟਾਉਣ 'ਚ ਸ਼ੋਰ ਅਸੀਂ ਮਤਲਬ ਕਾਮਯਾਬ ਹੋਵਾਂਗੇ। ਸਰ, ਕਾਜ਼ਸ ਦੇ ਵਿੱਚ ਤਾਂ ਇੱਕ ਹੋਰ ਕਾਜ਼ ਤੁਹਾਨੂੰ ਮੈਂਸ਼ਨ ਕਰਨਾ ਜ਼ਰੂਰ ਚਾਹਾਂਗੇ ਕਿ ਸਾਡੇ ਵੱਲੋਂ ਦੇਖਿਆ ਜਾਂਦਾ ਹਮੇਸ਼ਾ ਹਰੇਕ ਜਣਾ ਦੇਖਦਾ ਹੈ ਕਿ ਨੈਸ਼ਨਲ ਹਾਈਵੇ ਦੇ ਉੱਤੇ ਗਾਵਾਂ ਬਹੁਤ ਬੈਠੀਆਂ ਹੁੰਦੀਆਂ ਨੇ ਅਤੇ ਉਹ ਐਕਸੀਡੈਂਟ ਵੀ ਹੁੰਦੇ। ਕਈ ਲੋਕਾਂ ਦੀ ਬੱਸਾਂ ਦੇ ਵਿੱਚ ਕਈ ਵਾਰ ਗਾਂ ਵੱਜਦੀ ਹੈ, ਜਾਂ ਗੱਡੀ ਦੇ ਵਿੱਚ ਕੋਈ ਜਾ ਰਿਹਾ, ਜਾਂ ਵਹੀਕਲ ਕੋਈ ਆਪਦੇ ਪਰਸਨਲ 'ਤੇ ਜਾ ਰਿਹਾ ਵਾ, ਬਾਈਕ 'ਤੇ ਜਾ ਰਿਹਾ, ਤਾਂ ਉਹਨਾਂ ਨਾਲ ਵੀ ਐਕਸੀਡੈਂਟ ਬਹੁਤ ਹੁੰਦੇ। ਜਾਂ ਉਹਨਾਂ ਦੇ ਬਾਰੇ ਵੀ ਕੁਛ ਕੀਤਾ ਜਾ ਰਿਹਾ ਜੋ ਅਵਾਰਾ ਗਾਵਾਂ ਜਿਹੜੀਆਂ ਸੜਕਾਂ 'ਤੇ ਘੁੰਮਦੀਆਂ ਨੇ। ਜੀ, ਇਹ ਜਿਹੜੀਆਂ ਹੈਗੀਆਂ ਇਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕਈ ਥਾਵਾਂ 'ਤੇ ਜਿਹੜੀ ਫੈਂਸਿੰਗ ਨਹੀਂ ਹੈਗੀ, ਉੱਥੇ ਫੈਂਸਿੰਗ ਦੀ ਕਮੀ ਆ। ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਪ੍ਰੋਪਰ ਫੈਂਸਿੰਗ ਨਾ ਹੋਣ ਕਰਕੇ ਉਹ ਅਸੀਂ ਅਲੱਗ-ਅਲੱਗ ਪੁਆਇੰਟ 'ਚ ਜਿੱਥੇ ਸਾਨੂੰ ਕਮੀ ਲੱਗੀ ਹੈ ਉਹ ਅਸੀਂ ਅਲੱਗ-ਅਲੱਗ ਪੁਆਇੰਟਾਂ 'ਤੇ ਲਿਖਿਆ ਕਿ ਜਿਹੜੀ ਤੁਸੀਂ ਡੰਗਰਾਂ ਦੀ ਗੱਲ ਕੀਤੀ ਹੈ ਉਹ ਵੀ ਇਸ ਪੁਆਇੰਟ 'ਚ ਸਾਡਾ ਵਿੱਚ ਇਹਦੇ ਐਡ ਹੈ ਕਿ ਅਵਾਰਾ ਜਿਹੜੇ ਜੇ ਆਪਾਂ ਕਹਿ ਦਿੰਦੇ ਹਾਂ ਜਿਹੜੇ ਸਟਰੇ ਐਨੀਮਲਸ ਹੈਗੇ ਆ, ਉਹ ਇਸ ਕਰਕੇ ਅੱਗੇ ਆ ਜਾਂਦੇ ਆ ਵੀ ਪ੍ਰੋਪਰ ਫੈਂਸਿੰਗ ਨਹੀਂ ਹੁੰਦੀ। ਉਹ ਜਿਹੜੀ ਹੈਗੀ ਹੈ ਫੈਂਸਿੰਗ ਦੀ ਜਿੱਥੇ ਟੁੱਟੀ ਹੋਈ ਹੈ ਅਸੀਂ ਉਹਨੂੰ ਰਿਪੇਅਰ ਕਰਨ ਦੀ ਗੱਲ ਕੀਤੀ ਹੈ ਵੀ ਉਹਨੂੰ ਰਿਪੇਅਰ ਕੀਤਾ ਜਾਵੇ, ਜਿੱਥੇ ਨਹੀਂ ਹੈਗੀ ਉੱਥੇ ਉਹਨੂੰ ਬਣਾਇਆ ਜਾਵੇ। ਸਰ, ਅਖੀਰ ਦੇ ਵਿੱਚ ਹੁਣ ਲੁਧਿਆਣਾ ਵਾਸੀਆਂ ਨੂੰ ਤੁਸੀਂ ਆਪਦੇ ਵੱਲੋਂ ਕੀ ਸੁਨੇਹਾ ਦੇਣਾ ਚਾਹੋਗੇ ਜੀ? ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਜਦੋਂ ਅਸੀਂ ਸੜਕ 'ਤੇ ਚੱਲਦੇ ਹਾਂ, ਜਿੱਥੇ ਸਾਨੂੰ ਆਪਣੀ ਜਾਨ ਦੀ ਪਰਵਾਹ ਕਰਨੀ ਚਾਹੀਦੀ ਹੈ, ਅਸੀਂ ਕਈ ਵਾਰੀ ਬੇਪਰਵਾਹ ਹੋ ਕੇ ਚੱਲ ਪੈਂਦੇ ਹਾਂ। ਕਈ ਚੀਜ਼ਾਂ ਅਜਿਹੀਆਂ ਨੇ, ਕਈ ਇਕਵਿਪਮੈਂਟ ਇਹੋ ਜਿਹੇ ਨੇ ਜਿਹੜੇ ਸਾਡੇ ਆਪਣੀ ਜੀਵਨ ਰੱਖਿਆ ਵਾਸਤੇ ਨੇ। ਸਾਨੂੰ ਜਿਹੜੇ ਆਪਦੀ ਸੈਲਫ ਜਿਹੜੀ ਅਸੀਂ ਬਚਾਅ ਵਾਸਤੇ ਜਿਹੜੇ ਜਿਵੇਂ ਕਿ 2 ਵੀਲਰ 'ਤੇ ਹੈਲਮਟ ਦਾ ਪਹਿਨਣਾ, 4 ਵੀਲਰ 'ਤੇ ਅਸੀਂ ਜਾ ਰਹੇ ਹਾਂ ਸੀਟ ਬੈਲਟ ਦਾ ਲਾਉਣਾ, ਰੈਸ਼ ਡਰਾਈਵਿੰਗ ਨਾ ਕਰਨਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਓਵਰ ਸਪੀਡ ਅਸੀਂ ਗੱਡੀਆਂ ਚਲਾਉਂਦੇ ਹਾਂ, ਜਾਂ ਰੈੱਡ ਲਾਈਟ ਜੰਪਿੰਗ ਕਰਨਾ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਡੇਂਜਰਸ ਡਰਾਈਵਿੰਗ ਕਰਨਾ ਵਰਗੇ ਕੁਛ ਅਜਿਹੇ ਪੁਆਇੰਟ ਨੇ ਜਿਹੜੇ ਸਾਡੇ ਖੁਦ ਦੀ ਜਾਨ ਦੀ ਰੱਖਿਆ ਵਾਸਤੇ ਜ਼ਰੂਰੀ ਨੇ। ਸਾਨੂੰ ਇਹ ਜਿਹੜੀਆਂ ਚੀਜ਼ਾਂ ਦਾ ਖਾਸ ਤੌਰ 'ਤੇ ਖਿਆਲ ਰੱਖਦੇ ਹੋਏ ਫਸਟ ਅਸੀਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਅਤੇ ਅਸੀਂ ਰੋਡ 'ਤੇ ਚੱਲਦੇ ਹੋਏ ਦੂਜੇ ਬੰਦੇ ਦੀ ਜਾਨ ਨੂੰ ਕਿਵੇਂ ਬਚਾਉਣਾ, ਸਾਨੂੰ ਇਹਨਾਂ ਦਾ ਪ੍ਰੋਪਰ ਖਿਆਲ ਰੱਖਣਾ ਚਾਹੀਦਾ। ਅਤੇ ਸੈਕੰਡਲੀ ਅੱਜ ਕੱਲ੍ਹ ਅਸੀਂ ਜੋ ਦੇਖ ਰਹੇ ਹਾਂ ਕਿ ਰੋਡ 'ਤੇ ਜਿਹੜਾ ਚੱਲਣ ਦਾ ਜਿਹੜਾ ਸਿਸਟਮ ਹੈ ਉਹਨੂੰ ਪ੍ਰੋਪਰ ਲੋਕ ਨਹੀਂ ਮੰਨ ਰਹੇ। ਜਿਵੇਂ ਅਸੀਂ ਜੇਕਰ ਕਈ ਵਾਰ ਅਸੀਂ ਚੌਂਕ 'ਚ ਜਾਂਦੇ ਹਾਂ, ਜੇ ਅਸੀਂ ਸੱਜੇ ਪਾਸੇ ਮੁੜਨਾ ਤਾਂ ਸਾਨੂੰ ਅਸਟੀਮ ਰਾਈਟ ਹੈਂਡ 'ਤੇ ਸਾਨੂੰ ਖੜਨਾ ਚਾਹੀਦਾ। ਉਹਦਾ ਕਾਰਨ ਹੈ ਕਿ ਤਾਂ ਕਿ ਅਸੀਂ ਸਾਡੀ ਟਰਨ ਜਦੋਂ ਆਊਗੀ ਅਸੀਂ ਨਾਲ ਹੀ ਅਸੀਂ ਟਰਨ ਕਰ ਜਾਈਏ। ਪਰ ਦੇਖਣ 'ਚ ਕੀ ਆਉਂਦਾ ਕਿ ਅਸੀਂ ਸੱਜੇ ਪਾਸੇ ਟਰਨ ਕਰਨੀ ਹੈ, ਲੋਕ ਬਿਲਕੁਲ ਅਸਟੀਮ ਲੈਫਟ ਹੈਂਡ 'ਤੇ ਖੜ੍ਹੇ ਹੋਣਗੇ।
ਤੁਸੀਂ ਜਦ ਲੈਫਟ ਹੈਂਡ ਤੋਂ ਫਿਰ ਆਪਣੇ ਰਾਹ ਨੂੰ ਪਾਓਗੇ ਤਾਂ ਤੁਸੀਂ ਦੋ ਜਿਹੜੀਆਂ ਲੇਨਸ ਹੈਗੀਆਂ ਉਹਨਾਂ 'ਚ ਰੁਕਾਵਟ ਬਣ ਜਾਂਦੇ ਹੋ, ਅਤੇ ਸਮਾਂ ਜਿਹੜਾ ਹੈਗਾ ਉਹ ਉਨਾ ਕੀ ਹੁੰਦਾ ਜਿਹਦੇ ਨਾਲ ਬਾਕੀ ਬੰਦੇ ਜਿਹੜੇ ਹੈਗੇ ਉਹ ਡਿਸਟਰਬ ਹੋ ਜਾਂਦੇ ਆ। ਸੋ ਸਾਨੂੰ ਲੇਨ ਡਰਾਈਵਿੰਗ ਜਿਹੜੀ ਅੱਜ ਦੀ ਡੇਟ 'ਚ ਸਾਨੂੰ ਲੇਨ ਡਰਾਈਵਿੰਗ ਦਾ ਖਾਸ ਖਿਆਲ ਰੱਖਣਾ ਚਾਹੀਦਾ। ਜਿਹੜੀ ਲੇਨ 'ਚ ਅਸੀਂ ਹੈਗੇ ਆ ਸਾਨੂੰ ਉਸੇ ਲੇਨ 'ਚ ਰਹਿਣਾ ਚਾਹੀਦਾ। ਜਿਵੇਂ ਆਪਾਂ ਦੇਖਦੇ ਹਾਂ ਕਿ ਜਾਣਾ ਰਾਈਟ ਹੈਂਡ ਹੈ ਪ੍ਰੋਪਰ, ਜਿਹੜਾ ਅਸੀਂ ਰੈੱਡ ਲਾਈਟ 'ਤੇ ਲੈਫਟ ਹੈਂਡ ਖੜ੍ਹੇ ਹਾਂ, ਸਾਨੂੰ ਖੜ੍ਹਨ ਤੋਂ ਪਹਿਲਾਂ ਹੀ ਆਪਣੀ ਲੇਨ 'ਚ ਆ ਜਾਣਾ ਚਾਹੀਦਾ। ਅਸੀਂ ਜਿੱਧਰ ਜਾਣਾ, ਜੇ ਅਸੀਂ ਸਿੱਧਾ ਜਾਣਾ ਤਾਂ ਸਾਨੂੰ ਸੈਂਟਰ ਵਾਲੀ ਲੇਨ 'ਚ ਰਹਿਣਾ ਚਾਹੀਦਾ, ਜੇ ਅਸੀਂ ਲੈਫਟ ਜਾਣਾ ਤਾਂ ਸਾਨੂੰ ਲੈਫਟ ਲੇਨ 'ਚ ਰਹਿਣਾ ਚਾਹੀਦਾ, ਰਾਈਟ ਜਾਣਾ ਤਾਂ ਸਾਨੂੰ ਰਾਈਟ ਲੇਨ। ਸਾਨੂੰ ਲੇਨ ਸਿਸਟਮ ਅੱਜ ਦੀ ਪ੍ਰਮੁੱਖ ਲੋੜ ਆ ਵੀ ਅਸੀਂ ਲੇਨ ਸਿਸਟਮ ਨੂੰ ਅਡੋਪਟ ਕਰੀਏ। ਸੈਕੰਡਲੀ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਬੰਦੇ ਦੀ ਇੰਡੀਵਿਜੂਅਲ ਦੀ ਆਪਦੀ ਜਾਨ ਵਾਸਤੇ, ਸਲਾਮਤ ਵਾਸਤੇ ਜ਼ਰੂਰੀ ਨੇ, ਅਸੀਂ ਉਹਨਾਂ ਨੂੰ 100% ਮੰਨੀਏ। ਜਿਹੜੀਆਂ ਜਦ ਅਸੀਂ ਸੜਕ 'ਤੇ ਚੱਲ ਪਏ, ਅਸੀਂ ਘਰੋਂ ਚੱਲਣ ਤੋਂ ਲੈ ਕੇ ਜਿੱਥੇ ਤੱਕ ਜਾਂਦੇ ਹਾਂ, ਸਾਡੇ ਦਿਮਾਗ 'ਚ ਸਿਰਫ ਅਤੇ ਸਿਰਫ ਡਰਾਈਵਿੰਗ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਜਿਹੜਾ ਮੋਬਾਈਲ ਫੋਨ ਹੈ, ਮੋਬਾਈਲ ਫੋਨ ਦਾ ਕਈ ਵਾਰੀ ਮੈਂ ਇੱਥੇ ਤੱਕ ਦੇਖਦਾ ਕਿ ਲੋਕ ਸੁਣਨ ਦੇ ਨਾਲ ਚੈਟ ਕਰਦੇ ਜਾਂਦੇ ਹੁੰਦੇ ਆ, ਜਿਹੜਾ ਕਿ ਐਡਾ ਕੁ ਡੇਂਜਰਸ ਹੈ ਵੀ ਤੁਸੀਂ ਦੇਖੋ ਵੀ ਤੁਸੀਂ ਜੇ ਕੋਈ ਮੈਸੇਜ ਲਿਖਣ ਲੱਗ ਗਏ ਹੋ ਤਾਂ ਤੁਸੀਂ ਲਿਖਦੇ ਤੁਹਾਡਾ ਧਿਆਨ ਜਿਹੜਾ ਹੈਗਾ ਉਹ 1 ਮਿੰਟ 'ਚ ਤੁਸੀਂ ਦੇਖੋ ਕਿੱਥੇ ਤੱਕ ਪਹੁੰਚ ਜਾਂਦਾ ਬੰਦਾ, ਅਤੇ ਵੀ ਵਹੀਕਲ ਦੀ ਸਪੀਡ ਕਿੰਨੀ ਹੁੰਦੀ ਹੈ। ਤਾਂ ਇੱਕ ਵਾਰ ਜੇ ਡਿਸਬੈਲੈਂਸ ਹੋ ਜਾਵੇ ਵਹੀਕਲ ਤਾਂ ਉਹ ਕਾਬੂ ਨਹੀਂ ਆਉਂਦਾ, ਅਤੇ ਖਾਸ ਤੌਰ 'ਤੇ ਸੜਕ 'ਤੇ ਜਿੱਥੇ ਰਸ਼ ਹੈ ਉਹਦੇ ਵਿੱਚ ਤਾਂ ਤੁਸੀਂ ਦੇਖੋ ਹਾਲ ਕੀ ਹੈ। ਸੋ ਇਸ ਕਰਕੇ ਸਾਨੂੰ ਮੋਬਾਈਲ ਫੋਨ ਹੈ ਜਿਹੜਾ, ਮੈਂ ਤਾਂ ਕਹੂੰਗਾ ਕਿ ਜਾਂ ਤਾਂ ਉਹਨੂੰ ਸਾਇਲੈਂਟ 'ਤੇ ਲਾਣਾ, ਉਹਨੂੰ ਵਾਈਬ੍ਰੇਸ਼ਨ 'ਤੇ ਵੀ ਨਹੀਂ ਲਾਉਣਾ ਚਾਹੀਦਾ। ਜਦੋਂ ਤੁਸੀਂ ਡਰਾਈਵਿੰਗ ਕਰਦੇ ਹੋ ਉਹਨੂੰ ਬਿਲਕੁਲ ਸਾਇਲੈਂਟ ਮੋਡ 'ਤੇ ਹੀ ਲਾ ਲਓ, ਤਾਂ ਕਿ ਵਾਈਬ੍ਰੇਟ ਕਰਕੇ ਵੀ ਤੁਹਾਨੂੰ ਇਹ ਨਾ ਪਤਾ ਲੱਗੇ ਤੁਹਾਨੂੰ ਫੋਨ ਆ ਰਿਹਾ। ਤੁਸੀਂ ਜਦ ਆਪਣੇ ਡੈਸਟੀਨੇਸ਼ਨ 'ਤੇ ਪਹੁੰਚ ਗਏ, ਉੱਥੇ ਜਾ ਕੇ ਜਿਹੜੀਆਂ ਤੁਹਾਡੀਆਂ ਮਿਸ ਕਾਲਾਂ ਉਹਨਾਂ ਦਾ ਜਵਾਬ ਦੇ ਦਿਓ। ਸੋ ਡਰਾਈਵਿੰਗ 'ਚ ਥੋੜ੍ਹੀ ਜਿਹੀ ਵੀ ਜੇ ਅਸੀਂ ਹਲਕੀ ਜਿਹੀ ਵੀ ਗਲਤੀ ਕਰ ਜਾਂਦੇ ਹਾਂ ਤਾਂ ਉਹ ਜਿਹੜੀ ਸਾਡੇ ਵਾਸਤੇ ਬਹੁਤ ਘਾਤਕ ਸਿੱਧ ਹੁੰਦੀ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਇੱਕੋ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਕੋਵਿਡ-19 'ਚ ਆਪਾਂ ਦੇਖ ਰਹੇ ਹਾਂ ਕਿ ਬਿਮਾਰੀ ਇੰਨੀ ਭਿਆਨਕ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ। ਉਸ ਬਿਮਾਰੀ ਤੋਂ ਬਚਣ ਵਾਸਤੇ ਜਿਹੜੀਆਂ ਮੁੱਢਲੇ ਜਿਹੜੇ ਜਿਹਨੂੰ ਅਸੀਂ ਕਹਿ ਲਈਏ ਵੀ ਪ੍ਰੀਕਾਸ਼ਨਸ ਹੈਗੇ ਆ, ਜਿਹਦੇ ਵਿੱਚ ਮਾਸਕ ਲਗਾ ਕੇ ਰੱਖਣਾ, ਹੈਂਡ ਸੈਨੀਟਾਈਜ਼ ਕਰਦੇ ਰਹਿਣਾ, ਹੱਥਾਂ ਨੂੰ ਧੋਂਦੇ ਰਹਿਣਾ, ਅਤੇ ਥਰਡ ਜਿਹੜੀ ਹੈਗੀ ਆ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਕਰਨਾ। ਇਹ 3 ਚੀਜ਼ਾਂ ਦਾ ਆਪਾਂ ਵੱਧ ਤੋਂ ਵੱਧ ਖਿਆਲ ਰੱਖੀਏ। ਅਤੇ ਚੌਥੀ ਗੱਲ, ਜੇਕਰ ਕਿਸੇ ਵਿਅਕਤੀ ਨੂੰ ਕੋਵਿਡ ਦੀ ਪ੍ਰੋਬਲਮ ਆ ਗਈ ਹੈ, ਉਹਨੂੰ ਉਸ ਬਿਮਾਰੀ ਤੋਂ ਬੰਦਾ ਜੂਝ ਰਿਹਾ ਹੈ ਕੋਵਿਡ ਤੋਂ, ਤਾਂ ਉਸ ਵਿਅਕਤੀ ਨਾਲ ਸਾਨੂੰ ਨਫ਼ਰਤ ਕਰਨ ਦੀ ਲੋੜ ਨਹੀਂ ਹੈ। ਉਸ ਤੋਂ ਸਾਨੂੰ ਜਿਹੜੀ ਹੈਗੀ ਹੈ ਦੂਰੀ ਬਣਾਉਣ ਦੀ ਲੋੜ ਹੈ, ਨਾ ਕਿ ਉਹਨੂੰ ਦਿਲ ਤੋਂ ਦੂਰ ਕਰਨ ਦੀ। ਸੋ ਜਦੋਂ ਅਸੀਂ ਕੋਸ਼ਿਸ਼ ਸਾਡੀ ਇਹ ਹੋਣੀ ਚਾਹੀਦੀ ਹੈ, ਜੇ ਕੋਈ ਬੰਦਾ ਹੌਸਪੀਟਲਾਈਜ਼ ਹੈ ਜਾਂ ਉਹ ਬੰਦਾ ਹੋਮ ਕੁਆਰੰਟਾਈਨ ਹੈ, ਤਾਂ ਜਿਹੜਾ ਵੀ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਦੁਆਰਾ, ਜਿਹੜੀ ਸਾਡੀ ਪੰਜਾਬ ਸਰਕਾਰ ਦੁਆਰਾ ਜਿਹੜੀਆਂ ਹਦਾਇਤਾਂ ਨੇ, ਸਾਨੂੰ ਉਹਨਾਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕਰਨੀ ਚਾਹੀਦੀ ਹੈ ਜੀ। ਬਹੁਤ ਧੰਨਵਾਦ ਜੀ। ਸੋ ਇਹ ਸਨ ACP ਗੁਰਦੀਪ ਸਿੰਘ ਜੀ। ਇਹਨਾਂ ਦੇ ਵੱਲੋਂ ਡਿਟੇਲਡ ਰਿਪੋਰਟ ਤਿਆਰ ਕੀਤੀ ਗਈ ਆ ਟੌਪ 10 ਬਲੈਕ ਸਪੌਟਸ ਲੁਧਿਆਣੇ ਦੇ, ਔਰ ਇਸ ਬੁੱਕ ਨੂੰ ਰਿਲੀਜ਼ ਕੀਤਾ ਕਮਿਸ਼ਨਰ ਆਫ ਪੁਲਿਸ ਰਾਕੇਸ਼ ਅਗਰਵਾਲ ਜੀ ਨੇ। ਔਰ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਲੁਧਿਆਣਾ ਵਾਸੀ ਨੇ ਕਿ ਜਿਹੜੇ ਬਲੈਕ ਸਪੌਟ ਤਿਆਰ ਕੀਤੇ ਗਏ ਨੇ, ਇਹ ਟ੍ਰੈਫਿਕ ਜਦੋਂ ਹੋ ਜਾਂਦੀ ਹੈ ਬਹੁਤ ਜ਼ਿਆਦਾ, ਜਦੋਂ ਲੋਕ ਓਬੇ ਨਹੀਂ ਕਰਦੇ ਰੂਲਸ ਨੂੰ, ਤਾਂ ਉਸ ਤੋਂ ਬਾਅਦ ਜਿਹੜੇ ਹੈ ਐਕਸੀਡੈਂਟ ਹੁੰਦੇ ਨੇ ਅਤੇ ਬਲੈਕ ਸਪੌਟ ਜਿਹੜੇ ਹੈ ਬਣ ਜਾਂਦੇ ਨੇ। ਸੋ ਤੁਹਾਨੂੰ ਅਪੀਲ ਕਰਦੇ ਹਾਂ ਕਿ ਕਦੇ ਵੀ ਤੁਸੀਂ ਜਦੋਂ ਟ੍ਰੈਫਿਕ ਦੇ ਵਿੱਚ ਜਾ ਰਹੇ ਹੋ ਜਾਂ ਕਦੇ ਰੋਡ ਕ੍ਰਾਸ ਕਰ ਰਹੇ ਹੋ ਤਾਂ ਪੂਰਾ ਆਪਣਾ ਖਿਆਲ ਰੱਖੋ, ਪੂਰਾ ਧਿਆਨ ਦੇ ਨਾਲ ਰੋਡ ਕ੍ਰਾਸ ਕਰੋ ਅਤੇ ਰੈਸ਼ ਡਰਾਈਵਿੰਗ ਨਾ ਕਰੋ। ਸਵੇਰੇ ਅਪਡੇਟਸ ਸੀ ਜੁੜੋ ਲੁਧਿਆਣਾ ਟਾਈਮਸ ਨਾਲ। ਕੈਮਰਾ ਉਸ ਤੋਂ ਮੈਂ ਤੁਹਾਡੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।